ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ ਕੇ ਭਾਗ 63ਵਾਂ। ਜਾ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਫਰੀਦਾ ਇਹ ਪਛਤਾਓ, ਬਤ ਕੁਆਰੀ ਨਾ ਥੀਏ। ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਫਰੀਦਾ ਇਹੋ ਪਛਤਾਓ, ਬਤ ਕੁਆਰੀ ਨਾ ਥੀ। ਕੀ ਸਮਝਾਉਂਦੇ ਆ ਬਾਬਾ ਫਰੀਦ ਜੀ? ਕੀ ਸਮਝਾਉਣਾ ਚਾਹੁੰਦੇ ਆ ਸੰਗਤ ਨੂੰ? ਭਾਈ ਆਪਾਂ ਇਹਨੂੰ ਵਿਚਾਰੀਏ, ਕਿਰਪਾ ਲਈਏ ਦਾਤੇ ਦੀ। ਜਾ ਕੁਆਰੀ ਤਾਂ ਚਾਓ, ਜਦੋਂ ਗੁਰ ਸ਼ਬਦ ਦੇ ਗਿਆਨ ਨਾਲ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਹਰ ਵਿਸਰ ਸਦਾ ਖੁਆਰੀ, ਹਰ ਵਿਸਰ ਤੇਰੇ ਗੁਣ ਗਲਿਆ। ਪਰਮੇਸ਼ਰ ਤੋਂ ਭੁੱਲਿਆਂ ਵਿਆਪਣ ਸਵੇ ਰੋਗ। ਉਹ ਰੋਗ ਖਤਮ ਹੋ ਜਾਂਦੇ ਆ ਭਾਈ। ਜੰਮਣ ਮਰਨ ਖਤਮ ਹੋ ਜਾਂਦਾ ਹੈ। ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ ਦੁਵਿਧਾ। ਇਹ ਸੰਸਾਰ ਉਹਨਾਂ ਦਾ ਖਤਮ ਹੋ ਜਾਂਦਾ ਹੈ। ਉਹਨਾਂ ਦਾ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ ਹੈ। ਜਿਹਦੀ ਖਾਤਰ ਧਰਮ ਧਾਰਿਆ ਸੀਗਾ, ਉਹਦੀ ਖਾਤਰ ਇਹ ਜੀਵਨ ਉਹ ਲਾ ਦਿੰਦੇ ਨੇ। ਉਹਨਾਂ ਦੇ ਅੰਦਰ ਫਿਰ ਇਹ ਚਾਉ ਪੈਦਾ ਹੁੰਦਾ ਹੈ। ਕਾਹਦਾ? ਸੁਣ ਸੁਣ ਪ੍ਰੀਤਮ ਤੁਮਾਰੀ ਬਾਤੇਂ, ਪ੍ਰਭ ਵੇਖਣ ਕਾ ਚਾਓ। ਇੱਕ ਵੇਖਣਾ ਹੁੰਦਾ, ਇੱਕ ਦੇਖਣਾ ਹੁੰਦਾ ਭਾਈ। ਵੇਖਣਾ ਹੁੰਦਾ ਬੁੱਧੀ ਦੀ ਦ੍ਰਿਸ਼ਟੀ ਨਾਲ, ਦੇਖਣਾ ਹੁੰਦਾ ਅੱਖਾਂ ਨਾਲ। ਅੱਖੀਂ ਵੇਖਣਾ ਰੱਜਦੀਆਂ ਤਾਂ ਰੱਜਦੀਆਂ ਹੀ ਨਹੀਂ ਹੈਗੀਆਂ। ਇਹਦੇ ਬਾਰੇ ਪਿੱਛੇ ਵੀ ਆਪਾਂ ਵਿਚਾਰ ਕਰਕੇ ਆਏ ਹਾਂ। ਜਦੋਂ ਚਾਅ ਹੁੰਦਾ ਸੰਸਾਰੀ ਭਾਵ ਵੀ ਆਪਾਂ ਲਈਏ, ਜਦੋਂ ਆਪਣੇ ਕੋਈ ਕਾਰਜ ਘਰੇ ਹੁੰਦਾ, ਜਾਂ ਕੋਈ ਆਪਾਂ ਸੰਪਤ ਲੈਂਦੇ ਹਾਂ, ਜਾਂ ਵਿਆਹ ਸ਼ਾਦੀ ਹੁੰਦੀ ਹੈ, ਜਾਂ ਕੋਈ ਵੀ ਸਾਨੂੰ ਖੁਸ਼ੀ ਵਾਲਾ ਮੌਕਾ ਹੁੰਦਾ, ਚਾਅ ਹੁੰਦਾ। ਉਹ ਚਾਅ ਦੇ ਵਿੱਚ ਅਸੀਂ ਕੁਛ ਵੀ ਦੇ ਦਿੰਦੇ ਹਾਂ। ਕੋਈ ਮੰਗਦਾ ਆ ਕੇ ਵਿਆਹ ਦੇ ਵਿੱਚ ਦੇਖਿਆ ਵਾ ਕਿਵੇਂ ਉਹ ਮੰਗਣ ਵਾਲੇ ਆਉਂਦੇ ਆ, ਉਹ ਚਾਅ ਹੁੰਦਾ। ਇੱਥੇ ਚਾਅ ਆਪਣੇ ਮੂਲ ਦਾ, ਦਰਸ਼ਨਾਂ ਦਾ, ਹੁਕਮ ਦਾ, ਪ੍ਰਭੂ ਦਾ ਕਹਿ ਲਈਏ, ਪਰਮਾਤਮਾ ਦਾ ਕਹਿ ਲਈਏ, ਅੱਲਾ ਦਾ ਕਹਿ ਲਈਏ, ਪਰਮੇਸ਼ਰ ਦਾ ਕਹਿ ਲਈਏ। ਚਾਅ ਪੈਦਾ ਹੁੰਦਾ ਹੈ ਜਦੋਂ ਸੁਰਤ ਦਾ ਸ਼ਬਦ ਨਾਲ ਮੇਲ ਹੁੰਦਾ ਹੈ। ਜਾਂ ਕੁਆਰੀ ਤਾਂ ਚਾਓ। ਜਦ ਤੱਕ ਅਸੀਂ ਧਰਮ ਦੀ ਦੁਨੀਆ 'ਚ ਪਹੁੰਚਦੇ ਨਹੀਂ, ਸਾਨੂੰ ਸਮਝ ਨਹੀਂ ਆਉਂਦੀ ਧਰਮ ਕੀ ਹੈ। ਸਾਰਿਆਂ ਦੇ ਅੰਦਰ ਇੱਛਾ ਹੁੰਦੀ ਹੈ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ ਹਾਂ। ਸਿੱਖ ਸਖਾ ਬਹੁ ਕੀਏ, ਕੇਸੋ ਕੀ ਅਨਾਮੀਤ। ਚਾਲੇ ਤੇ ਹਰ ਮਿਲਨ ਕੋ ਵਿੱਚੇ ਅਟਕਿਓ ਚੀਤ। ਮਾਇਆ ਰੋਕ ਲੈਂਦੀ ਹੈ, ਫਸਾ ਲੈਂਦੀ ਹੈ। ਕਿਉਂ? ਅਸੀਂ ਆਪਦੀ ਮੱਤ ਨਾਲ ਜਾਣਾ ਚਾਹੁੰਦੇ ਹਾਂ। ਆਪਦੀ ਮੱਤ ਨਾਲ ਨਹੀਂ ਭਾਈ ਪਹੁੰਚ ਸਕਦੇ ਉੱਥੇ। ਗੁਰ ਕੀ ਮੱਤ ਨਾਲ ਆਪਾਂ ਪਹੁੰਚਣਾ ਵਾ। ਜਦੋਂ ਗੁਰ ਕੀ ਮੱਤ ਆਪਾਂ ਲੈਂਦੇ ਹਾਂ, ਗਿਆਨ ਮੱਤ, ਫਿਰ ਮੋਹ ਮਾਇਆ ਦਾ ਤਿਆਗ ਹੁੰਦਾ ਹੈ। ਫਿਰ ਚਾਉ ਸਾਡੇ ਅੰਦਰ ਪੈਦਾ ਹੁੰਦਾ ਹੈ ਹੁਕਮ ਦਾ ਦਰਸ਼ਨ ਕਰਨ। ਨਾਮ ਦਾ, ਨਾਮ ਹੀ ਹੁਕਮ ਹੈ। ਨਾਮੇ ਉਤਪਤ ਨਾਮੇ ਪਰ ਲੋ। ਵਿਵਾਹੀ ਤਾਂ ਮਾਮਲੇ, ਜਿਵੇਂ ਅਸੀਂ ਧੀਆਂ ਪੁੱਤਾਂ ਦਾ ਵਿਆਹ ਕਰਦੇ ਹਾਂ, ਇੱਕ ਪਾਸਿਓਂ ਟੁੱਟਦੇ ਆ ਬੱਚੇ, ਇੱਕ ਪਾਸੇ ਜੁੜਦੇ ਨੇ। ਇਵੇਂ ਅਸੀਂ ਆਤਮਾ ਨੇ ਸੰਸਾਰ ਨੂੰ, ਮੋਹ ਮਾਇਆ ਨਾਲ ਟੁੱਟਣਾ ਹੁੰਦਾ, ਆਪਦੇ ਮੂਲ ਹਰ ਨਾਲ ਜੁੜਨਾ ਹੁੰਦਾ ਹੈ। ਜਦ ਤੱਕ ਦਰਸ਼ਨ ਨਹੀਂ ਹੁੰਦਾ, ਉਹ ਚਾਉ ਬਣਿਆ ਰਹਿੰਦਾ ਸਾਡੇ ਅੰਦਰ। ਫਰੀਦਾ ਇਹੋ ਪਛਤਾਓ, ਜੇ ਨਾ ਜੁੜੇ। ਸਮਾਂ ਨਿਕਲ ਗਿਆ, ਬਿਰਧ ਪੇ ਸੂਝੇ ਨਹੀਂ। ਕਾਲ ਪਹੁੰਚੇ ਆਨ ਜੀਵਨ ਵੀ, ਮਨੁੱਖਾ ਦੇਹੀ ਵੀ ਸਾਡੀ ਕਿਸੇ ਕੰਮ ਨਾ ਆਈ। ਕਿਹਨਾਂ ਦੀ ਕੰਮ ਆਉਂਦੀ ਹੈ? ਬਾਹਰਲੀ ਦੇਹੀ, ਅੰਦਰਲੀ। ਇਹ ਦੇਹੀ ਪ੍ਰਵਾਨ ਹੋਈ, ਜਿਹਨੂੰ ਸਤਿਗੁਰ ਸਿਉਂ ਚਿੱਤ ਲਾਇਆ। ਬਾਹਰਲੀ ਵੀ ਪ੍ਰਵਾਨ, ਫਿਰ ਦੁਬਾਰਾ ਇਹਦੀ ਲੋੜ ਨਹੀਂ ਪੈਂਦੀ ਆਪਾਂ ਨੂੰ। ਸਰੀਰ 'ਚ ਰਹਿੰਦਿਆਂ ਰਹਿੰਦਿਆਂ ਆਪਾਂ ਘਰ ਪਹੁੰਚਣਾ ਵਾ ਆਪਦੀ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਗਿਆਨ ਦੇ ਨਾਲ ਹੀ ਇਹ ਮੋਹ ਮਾਇਆ ਦਾ ਆਪਣਾ ਜਿਹੜਾ ਹੈਗਾ ਜਾਲ ਕੱਟਿਆ ਜਾਣਾ ਵਾ। ਫਿਰ ਸਾਡੇ ਅੰਦਰ ਚਾਅ ਪੈਦਾ ਹੁੰਦਾ ਵਾ। ਜੇ ਨਾ ਇਹ ਪ੍ਰਾਪਤੀ ਹੋਈ, ਵਿਵਾਹਿਤਾ ਮਾਮਲੇ ਨਾ ਜੁੜੇ, ਫਿਰ ਇਹ ਪਛਤਾਵਾ। ਬਤ ਕੁਆਰੀ ਨਾ ਥੀਏ।
ਫਿਰ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂਗਾ ਆਤਮਾ ਨੂੰ, 84 ਲੱਖ ਦਾ ਗੇੜਾ ਕੱਢ ਕੇ ਆਉਣਾ ਪਊ। ਬਤ ਕੁਆਰੀ ਨਾ ਥੀਏ, ਜਿਵੇਂ ਬੱਚੇ ਨੇ ਸੰਸਾਰੀ ਪ੍ਰਮਾਣ ਦੇ ਕੇ ਆਪਾਂ ਨੂੰ ਸਮਝਾਇਆ ਵਾ, ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਉਹੀ ਪ੍ਰਾਪਤੀ ਹੈ ਭਾਈ, ਉਹੀ ਤਾਂ ਕਿਰਪਾ ਹੈ ਦਾਤੇ ਦੀ। ਬਾਬਾ ਫਰੀਦ ਜੀ ਦਾ ਹੀ ਸਲੋਕ ਲੈ ਲੈਣਾ, ਸ਼ੇਖ ਫਰੀਦ ਜੀ ਦਾ, ਰਾਗ ਸੋਹੀ ਬਾਣੀ ਸ਼ੇਖ ਫਰੀਦ ਜੀ ਕੀ। ਆਪਾਂ ਨੂੰ ਹੋਰ ਸਮਝ ਆ ਜਾਵੇ ਜਿਹਨਾਂ ਦੇ ਅੰਦਰ ਚਾਅ ਪੈਦਾ ਹੁੰਦਾ ਉਹ ਆਤਮਾ ਕੈਸੀਆਂ ਹੁੰਦੇ ਨੇ, ਕੈਸੇ ਹੁੰਦੇ ਆ ਗੁਰਸਿੱਖ। ਬਾਬਾ ਫਰੀਦ ਜੀ ਕੀ ਸਮਝਾਉਂਦੇ ਆ ਸ਼ੇਖ ਫਰੀਦ ਜੀ, ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਬਾਬਲ ਹੋਈ ਸੋ ਸਹਲੋਰ। ਐਸਾ ਸਮਾਂ ਆ ਜਾਂਦਾ ਹੈ, ਤਪ ਤਪ ਤੋਂ ਭਾਵ ਸਮਝ ਸਮਝ ਕੇ ਮਾਇਆ ਨੂੰ ਜਾਲ ਕੇ, ਲੋਹੇ ਲੋਹੇ ਤੋਂ ਭਾਵ ਮਾਇਆ ਦਾ ਜਿਹੜੀ ਇੱਛਾ ਜਾਲ ਕੇ, ਸ਼ਬਦ ਮਰੇ ਫੁਨ ਜੀਵੇ ਫਿਰ ਬੋਹਰ ਨਾ ਮਰਨਾ ਹੋਈ। ਜੰਮਣ ਮਰਨ ਦਾ ਕੱਟਿਆ ਜਾਂਦਾ ਹੈ, ਸ਼ਬਦ ਗਿਆਨ ਨਾਲ ਇੱਛਾ ਮਰ ਜਾਂਦੀਆਂ ਨੇ। ਉਹੀ ਬਾਬਾ ਫਰੀਦ ਜੀ ਸਮਝਾਉਂਦੇ ਨੇ, ਸਮਝ ਸਮਝ ਕੇ ਉਹ ਮਾਇਆ ਦਾ ਤਿਆਗ ਕਰਕੇ, ਹੱਥ ਮਰੋਰੋ ਭਾਵ ਮਾਇਆ ਤੋਂ ਪਿੱਠ ਕਰ ਲੈਂਦੇ ਨੇ ਮਨ ਬੁੱਧੀ। ਬਾਬਲ ਹੋਏ ਸੋ ਸਹਲੋਰ, ਸੰਸਾਰ ਨੂੰ ਵੱਖਰਾ ਇਹ ਮਾਰਗ ਹੈ। ਭਗਤਾ ਤੈ ਸੰਸਾਰੀਆਂ ਜੋੜ ਕਦੇ ਨਾ ਆਈਆਂ। ਛੇਤੀ ਸਮਝ ਆਉਣ ਵਾਲਾ ਨਹੀਂ ਹੈਗਾ ਭਾਈ, ਜਿਹੜੇ ਤੇ ਚੱਲਦੇ ਉਹਨਾਂ ਨੂੰ ਸਮਝ ਆਉਂਦੀ ਹੈ। ਜਿਵੇਂ ਭਗਤ ਕਬੀਰ ਜੀ ਨੇ ਸਮਝਾਇਆ, ਮੈਂ ਬੌਰਾ ਰਾਮ ਕੀਓ ਬੌਰਾ, ਉਹ ਅਵਸਥਾ ਐਸੀਆਂ ਹੁੰਦੀਆਂ, ਉਹ ਅਵਸਥਾ ਵਾਲੇ ਹੀ ਜਾਣਦੇ ਨੇ। ਉਹੀ ਬਾਬਾ ਫਰੀਦ ਜੀ ਸਮਝਾ ਰਹੇ, ਬਾਬਲ ਹੋਏ ਸੀ ਸੋ ਸਹਲੋਰੂ, ਸਹੁ ਭਾਵ ਪ੍ਰਭੂ ਦਾ ਦਰਸ਼ਨ, ਹੁਕਮ ਦਾ ਦਰਸ਼ਨ। ਕਹਿੰਦੇ ਜਿਵੇਂ ਕੋਈ ਵਿਆਕਲ ਹੋਇਆ ਵਾ ਕਿਸੇ ਵੀ ਇੱਛਾ ਖਾਤਰ, ਉਹ ਅਵਸਥਾ ਬਣ ਜਾਂਦੀ ਆ ਗੁਰਸਿੱਖਾਂ ਦੀ। ਤੈ ਸਹਿ ਮਨ ਮੇ ਕੀਆ ਰੋਸ, ਮੁਝ ਅਵਗਣ ਸਹਿ ਨਾਈ ਦੋਸ। ਉਹ ਅਵਸਥਾ ਜਾ ਕੇ ਪਤਾ ਲੱਗਦਾ, ਸਹਿਜ ਕੋਈ ਔਗਣ ਨਹੀਂ, ਸਾਡੇ 'ਚ ਹੀ ਔਗਣ ਨੇ। ਦੱਦਾ ਦੋਸ ਨਾ ਦੇਹੋ ਕਿਸੇ, ਦੋਸ ਆਪਣੇ ਕਰਮਾਂ ਮਾ। ਅਸੀਂ ਧਰਮ ਕਰਮ ਵੀ ਕਰਦੇ ਹਾਂ ਸਰੀਰ ਕਰਕੇ, ਮਾਇਆ ਕਰਕੇ। ਇਹ ਸਿੱਖੀ ਦਾ ਘਰ ਹੈ ਭਾਈ, ਗੁਰੂ ਘਰ ਜਾ ਕੇ ਸਿੱਖੀ ਪ੍ਰਾਪਤ ਕਰਨੀ ਹੈ, ਨਾਮ ਦੀ ਪ੍ਰਾਪਤੀ। ਨਾਨਕ ਕੇ ਕਰ ਕੇਵਲ ਨਾਮ, ਬਿਨ ਤੁਧ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ। ਦੇ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ। ਫਿਰ ਮਨ ਦੀ ਭੁੱਖ ਲੈਂਦੀ ਹੈ, ਮਨ ਦੀ ਭੁੱਖ ਕੀ ਆ? ਨਾਮ। ਤੈ ਸਹਿ ਮਨ ਮੇ ਕੀਆ ਰੋਸ, ਮੁਝ ਅਵਗੁਣ ਸਹਿ ਨਾਈ ਦੋਸ। ਗੁਣ ਤਾਂ ਸਾਡੇ 'ਚ ਕੋਈ ਵੀ ਹੈ ਨਹੀਂ, ਬਿਨ ਗੁਣ ਕੀਤੇ ਭਗਤ ਨਾ ਹੋਏ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਗੁਣ ਭਾਈ ਪ੍ਰਾਪਤ ਹੋਣੇ ਆਤਮਾ ਕਰਕੇ। ਗੁਣ ਨੇ ਜਿਹੜੇ ਬਾਹਰਲੇ ਗੁਣ ਨੇ, ਸੰਸਾਰੀ ਰਾਜ ਪਾੜ, ਉੱਚੇ ਰੁਤਬੇ, ਪਦਵੀਆਂ, ਉਹ ਸਰੀਰ ਕਰਕੇ, ਉਹ ਵੀ ਉਹਦੀ ਕਿਰਪਾ ਹੀ ਹੈ। ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਛੇ ਪਛਤਾਨੀ। ਫਿਰ ਸਮਾਂ ਨਿਕਲ ਜਾਂਦਾ। ਉਹੀ ਬਾਬਾ ਫਰੀਦ ਜੀ ਨੇ ਸਮਝਾਇਆ, ਜੇ ਨਾ ਜੁੜੇ ਭਾਈ ਫਿਰ ਇਹੋ ਪਛਤਾਓ, ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਊਗਾ। ਉਹਦਾ ਗਿਣਿਆ ਨਹੀਂ ਜਾਣਾ ਸੰਸਾਰ 'ਤੇ ਆਉਣਾ। ਬਤ ਕੁਆਰੀ ਨਾ ਥੀਏ, ਸਾਹਿਬ ਕੀ ਸਾਰ ਨਾ ਜਾਣੀ, ਜੋਬਨ ਖੋਏ ਪਾਛੇ ਪਛਤਾਨੀ। ਸਮਾਂ ਨਿਕਲ ਜਾਂਦਾ। ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰਹਿ ਜਾਲੀ। ਕੀ ਕਹਿੰਦੀ ਹੈ ਬੁੱਧੀ ਮਨ ਨੂੰ? ਜਦੋਂ ਮਨ ਬੁੱਧੀ ਸੂਝਵਾਨ ਹੋ ਜਾਂਦੇ ਹੈ, ਜਿਹੜੀ ਇੰਨੀ ਅਗਿਆਨਤਾ ਸਾਡੇ 'ਚ ਕਿਉਂ ਆਈ ਸੀ, ਕੀ ਵਿਚਾਰ ਕਰ ਰਹੇ ਨੇ। ਪ੍ਰੀਤਮ ਆਪਣੇ ਮੂਲ ਹਰ ਤੋਂ ਵਿਛੜ ਗਈ ਸੀ ਨਾ। ਹਰ ਬਿਸਰ ਸਦਾ ਖਵਾਰੀ, ਹਰ ਬਿਸਰ ਤੇਰੇ ਗੁਣ ਗਲਿਆ। ਗੁਣ ਗਲ ਗਏ ਸੀ ਆਤਮਾ ਦੇ। ਸਰੀਰ ਕਰਕੇ ਤਾਂ ਭੇਖ ਅਸੀਂ ਪੂਰਾ ਕਰ ਲੈਂਦੇ, ਪਰ ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ। ਅਗਿਆਨਤਾ ਇੰਨੀ ਵੱਧ ਗਈ ਸੀ, ਆਪਣੇ ਪ੍ਰਭ ਤੋਂ ਟੁੱਟ ਕੇ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਿਹੋਂ ਬਿਰਹਿ ਜਾਲੀ। ਬਿਰਹਾ ਵਿਛੋੜੇ ਕਰਕੇ ਅਗਿਆਨਤਾ ਸਾਡੇ ਅੰਦਰ ਵੱਧਦੀ ਰਹਿੰਦੀ ਹੈ। ਅੱਗੇ ਸਮਝਾਉਂਦੇ ਆ ਬਾਬਾ ਫਰੀਦ ਜੀ, ਪਿਰੇ ਬਿਹੂਨ ਕਤੇ ਸੁਖ ਪਾਵੇ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਵਾ। ਉਹਦੀ ਕਿਰਪਾ ਲੈਣੀ ਹੈ। ਗੁਰਸ਼ਬਦ ਦੇ ਗਿਆਨ ਤੋਂ ਬਾਅਦ ਹੀ ਉਹਦੀ ਕਿਰਪਾ ਹੁੰਦੀ ਹੈ। ਸਭ ਤੋਂ ਪਹਿਲੀ ਕਿਰਪਾ ਹੈ ਜਦੋਂ ਅਸੀਂ ਵਿਚਾਰ 'ਚ ਲੱਗ ਜਾਂਦੇ ਹਾਂ, ਗੁਰਬਾਣੀ ਨੂੰ ਸਮਝਣ ਲੱਗ ਜਾਂਦੇ ਹਾਂ। ਉਹ ਦਇਆ ਹੁੰਦੀ ਹੈ ਕੁਦਰਤ ਦੀ ਸਾਡੇ 'ਤੇ। ਸਾਨੂੰ ਸਮਝ ਨਹੀਂ ਹੁੰਦੀ ਇਹਦੀ, ਪਰ ਫਿਰ ਵੀ ਅਸੀਂ ਆਪਦੀ ਬੁੱਧੀ ਨੇ ਇਹਨੂੰ ਅਰਥਾ ਰਹੇ ਹਾਂ। ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਹੈ ਸ਼ਬਦ ਬੋਧ, ਉਹਦੀ ਕਿਰਪਾ ਦਾ ਵਿਸ਼ਾ ਵਾ। ਪਿਰੇ ਬਤੂਨ ਕਤੇ ਸੁਖ ਪਾਵੇ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਵੇ। ਫਿਰ ਸਤਿਗੁਰ ਦਾ ਦਰਸ਼ਨ ਹੁੰਦਾ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤੋਂ ਬਾਅਦ ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਉਹ ਦਰਗਾਹ ਹੈ, ਉਹਨੂੰ ਕਹਿ ਲਈਏ ਦੇਵਲੋਕ, ਕਹਿ ਲਈਏ ਦਸਵਾਂ ਦੁਆਰ, ਕਹਿ ਲਈਏ। ਉੱਥੇ ਧਿਆਨ ਨਹੀਂ ਜਾਣਾ, ਸਰੀਰ ਤਾਂ ਇੱਥੇ ਰਹਿ ਜਾਣਾ। ਫਿਰੇ ਬਿਹੂਨ ਕਤੇ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਬਿਦਣ ਖੋਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਤਾਂ ਪਿੱਛੇ ਵੀ ਆਪਾਂ ਵਿਚਾਰੇ, ਅੱਗੇ ਆਪਾਂ ਨੂੰ ਫਿਰ ਆ ਜਾਣਾ। ਫਰੀਦਾ ਗੱਲੀ ਸੁਸੱਜਣ ਵੀ ਇੱਕ ਢੁਢੇਂਦੀ ਨਾਲ, ਹਾਂ ਧੋਖੇ ਜਿਉਂ ਮਲੀ ਤਿੰਨਾਂ ਕਾਰਨ ਮਾਂ ਪੀਰੀ। ਸਾਰੇ ਗੱਲਾਂ ਨਾਲ ਬਣੇ ਬੈਠੇ ਨੇ ਮਾਂ ਪੀਰੀ।
ਸੱਚ ਦਾ ਗਿਆਨ ਕਿਸੇ ਕੋਲ ਹੀ ਨਹੀਂ ਗੁਰੂ ਤੋਂ ਬਿਨਾਂ। ਇਹ ਸਿੱਖੀ ਦਾ ਘਰ ਹੈ ਭਾਈ, ਇਹ ਪ੍ਰਾਪਤੀ ਕਰਨੀ, ਇੱਥੋਂ ਹੀ ਸਾਰਾ ਕੁਝ ਮਿਲਣਾ ਆਪਾਂ ਨੂੰ। ਵਿਦਨ ਖੋਹੀ ਹੈ ਕਬੀਰ ਲਾਖ ਹੇਰੀ, ਏਕ ਜੀਓ ਕਿੰਤੋ ਬੱਚੋ ਕਾਲ। ਕਿਵੇਂ ਬਚਾਂਗੇ ਸ਼ਿਕਾਰੀ ਕਾਲ ਦੇ ਜਾਲ, ਤਾਂ ਅਨੇਕਾਂ ਹੀ ਨੇ, ਜੀਵ ਇੱਕ ਹੈ, ਕਿਵੇਂ ਬਚਾਂਗੇ ਭਾਈ। ਵਿਦਨ ਖੋਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਵੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਆ ਗਈ ਨਾ ਕਿਰਪਾ, ਜਦੋਂ ਕਿਰਪਾ ਹੁੰਦੀ ਹੈ ਦਾਤੇ ਦੀ, ਗੁਰਸ਼ਬਦ ਦੀ ਵਿਚਾਰ ਨਾਲ ਅਸੀਂ ਜੁੜਦੇ ਹਾਂ, ਇਹੀ ਸਾਧ ਸੰਗਤ ਹੈ। ਮਨ ਨੂੰ ਸਾਧਣਾ, ਜਦੋਂ ਬੁੱਧੀ ਮਨ ਨੂੰ ਸਾਧ ਲੈਂਦੀ ਹੈ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ, ਫਿਰ ਇਹਨੂੰ ਪ੍ਰਾਪਤ ਹੁੰਦੀ ਹੈ ਸਾਧ ਸੰਗਤ, ਅੰਤਰਾਤਮਾ ਦੀ ਆਵਾਜ਼ ਦੀ ਸੰਗਤ। ਉਹ ਸੰਤ ਹੈ, ਇਹ ਮਨ ਅਸੰਤ ਹੈ। ਅੱਗੇ ਬਾਬਾ ਜੀ ਕੀ ਸਮਝਾਉਂਦੇ ਆ, ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਵੇਲੀ। ਫਿਰ ਦੇਖ ਭਾਵ ਸੱਚ ਦੇ ਗਿਆਨ ਨਾਲ ਫਿਰ ਅੱਲਾ ਦਾ ਸਾਨੂੰ ਭਰੋਸਾ ਬਣ ਜਾਂਦਾ, ਯਕੀਨ ਹੋ ਜਾਂਦਾ ਹੈ ਵੀ ਹੁਣ ਆਪਾਂ ਨੂੰ ਪ੍ਰਾਪਤੀ ਹੋਊਗੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਵੇਲੀ। ਆਤਮਾ ਦਾ ਤਾਂ ਵੇਲੀ ਉਹੀ ਸੱਜਣ ਹੈ ਭਾਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੇ ਹਰਿਆ। ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ ਆਪਾਂ। ਬਾਟ ਹੁਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ। ਬਹੁਤ ਸੂਖਮ ਮਾਰਗ ਹੈ ਭਾਈ, ਮਨ ਬੁੱਧੀ ਦਾ ਵਿਸ਼ਾ ਨਹੀਂ ਹੈਗਾ। ਇਹ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਆਪਾਂ ਨੂੰ ਪ੍ਰਾਪਤ ਹੋਣਾ ਵਾ। ਇਹ ਜਿਹੜੀਆਂ ਕਹਾਣੀਆਂ ਬਣ ਗਈਆਂ, ਵੈਤਾਰ ਨਦੀ ਹੈ, ਉਹ ਅੱਗ ਦੀ ਨਦੀ ਹੈ। ਅੱਗ ਦੀ ਨਦੀ ਇਹੀ ਹੈ ਸਾਡੇ ਅੰਦਰ ਭਾਈ, ਤ੍ਰਿਸ਼ਨਾ ਦੀ। ਜਦੋਂ ਇਹ ਸ਼ਾਂਤ ਹੋ ਜਾਂਦੀ ਹੈ ਗੁਰਸ਼ਬਦ ਦੇ ਗਿਆਨ ਨਾਲ, ਫਿਰ ਮਨ ਬੁੱਧੀ ਆਪਦੇ ਘਰ ਜਾਂਦੇ ਨੇ। ਬਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ। ਉਸ ਉੱਪਰ ਹੈ ਮਾਰਗ ਮੇਰਾ। ਇਹ ਮਾਰਗ ਹੈ ਆਪਣਾ ਆਤਮਾ ਦਾ। ਨਦੀਆਂ ਪਵਹਿ ਸਮੁੰਦ ਨਾ ਜਾਣ। ਜਿਵੇਂ ਨਦੀਆਂ ਨਾਲੇ ਭਾਈ ਸਮੁੰਦਰ ਨੂੰ ਨਹੀਂ ਜਾਣਦੇ, ਇਵੇਂ ਉਹ ਗੁਰਸਿੱਖ ਗੁਰਸ਼ਬਦ ਦੇ ਪਿੱਛੇ ਚੱਲਦੇ ਰਹਿਣ, ਸ਼ਬਦ ਦੀ ਕਮਾਈ ਕਰਦੇ ਰਹਿਣ। ਜਿਵੇਂ ਨਦੀਆਂ ਨਾਲੇ ਸਮੁੰਦਰ 'ਚ ਲੈਅ ਹੋ ਜਾਂਦੇ, ਇਵੇਂ ਉਹ ਗੁਰਸਿੱਖ ਆਤਮਾ ਆਪਦੇ ਘਰ ਪਹੁੰਚ ਜਾਂਦੀਆਂ ਨੇ, ਆਪਦੇ ਮੂਲ ਹਰ 'ਚ ਲੈਅ ਹੋ ਜਾਂਦੀਆਂ ਨੇ। ਬਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ। ਬਹੁਤ ਸੂਖਮ ਮਾਰਗ ਹੈ ਭਾਈ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ। ਉਸ ਉੱਪਰ ਹੈ ਮਾਰਗ ਮੇਰਾ, ਸੇ ਫਰੀਦ ਪੰਥ ਸੁਮਾਰ ਸਵੇਰਾ। ਇਹ ਪੰਥ ਭਾਵ ਰਸਤਾ, ਇਹ ਮਾਰਗ, ਇਹ ਆਤਮ ਮਾਰਗ ਹੈ ਭਾਈ। ਇਹ 'ਚੋਂ ਆਤਮ ਗਿਆਨ ਪੈਦਾ ਹੋਣਾ ਆਪਾਂ ਨੂੰ। ਸਵੇਰਾ ਤੋਂ ਭਾਵ ਜਦੋਂ ਆਤਮਾ ਜਾਗ ਜਾਂਦੀ ਹੈ। ਹੁਣ ਸੁੱਤੇ ਪਏ ਹਾਂ ਅਸੀਂ, ਸੁੱਤੇ ਪਏ ਬਾਣੀ ਪੜ੍ਹਦੇ ਹਾਂ, ਬਾਣੀ ਜਾਗਦਿਆਂ ਦੀ ਹੈ। ਸੁੱਤੇ ਪਏ ਬੰਦੇ ਨੂੰ ਕੋਈ ਕੁਛ ਕਹੀ ਜਾਵੇ, ਉਹਨੂੰ ਕੀ ਪਤਾ ਲੱਗਦਾ ਬਾਹਰ ਕੀ ਹੋ ਰਿਹਾ। ਇਵੇਂ ਸਾਡਾ ਜੀਵਨ ਨਿਕਲ ਜਾਂਦਾ ਵਾ। ਬਾਣੀ ਜਗਾਉਂਦੀ ਹੈ ਭਾਈ ਆਪਾਂ ਨੂੰ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੀ ਅੰਮ੍ਰਿਤ ਬਾਣੀ। ਜਿਨ੍ਹਾਂ ਦੀ ਆਤਮਾ ਜਾਗ ਜਾਂਦੀਆਂ ਨੇ, ਉਹੀ ਤਾਂ ਅੰਮ੍ਰਿਤ ਬਾਣੀ ਬੋਲਦੇ ਨੇ ਭਾਈ, ਉਹੀ ਤਾਂ ਜਸ ਕਰਦੇ ਨੇ। ਉਹਨਾਂ ਦਾ ਅੰਮ੍ਰਿਤ ਵੇਲਾ ਹੋ ਜਾਂਦਾ। ਜਿਹੜਾ ਆਹ ਅੰਮ੍ਰਿਤ ਵੇਲਾ ਹੈ ਸਾਡਾ ਸੰਸਾਰੀ, ਇਹਦਾ ਚੋਰ ਦਾ ਵੀ ਹੁੰਦਾ, ਸਾਧ ਦਾ ਵੀ ਹੁੰਦਾ, ਇਹ ਸਰੀਰ ਕਰਕੇ ਸਾਰਿਆਂ ਦਾ ਹੀ ਹੁੰਦਾ ਭਾਈ। ਉਹ ਹੋਣਾ ਆਤਮਾ ਦਾ, ਉਹ ਆਪਾਂ ਪ੍ਰਾਪਤ ਕਰਨਾ। ਉਹੀ ਬਾਬਾ ਫਰੀਦ ਜੀ ਨੇ ਸਮਝਾਇਆ, ਸ਼ੇਖ ਫਰੀਦ ਪੰਥ ਸਮਾਰ ਸਵੇਰਾ। ਇਹ ਪੰਥ ਰਸਤੇ 'ਤੇ ਚੱਲ ਕੇ ਆਪਾਂ ਇਹ ਪ੍ਰਾਪਤੀ ਕਰਨੀ ਹੈ। ਨਹੀਂ ਤਾਂ ਫਿਰ ਉਹ ਆਪਾਂ ਨੂੰ ਬਾਬਾ ਫਰੀਦ ਜੀ ਨੇ ਸਮਝਾਇਆ ਹੀ ਹੈ, ਫਰੀਦ ਦਾ ਇਹ ਪਛਤਾਓ ਬਤ ਕੁਵਾਰੀ ਨਾ ਥੀਏ। ਫਿਰ ਪਤਾ ਨਹੀਂ ਭਾਈ ਕਦੋਂ ਨੰਬਰ ਲੱਗੂਗਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।